ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਆਨਲਾਈਨ ਗੁਰਮਤਿ ਕਲਾਸ ਵਿੱਚ, ਜਿਸ ਵਿੱਚ ਆਪਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਕਿ ਕਿਹੜੇ ਸਤਿਗੁਰਾਂ ਦੀ ਕਿੰਨੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਭਾਵ ਸਤਿਗੁਰਾਂ ਦੀ ਜੋ ਬਾਣੀ ਹੈ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮਹਾਨ ਗੁਰੂ ਹਨ, ਜੋ ਇੰਨੀਆਂ ਤਰ੍ਹਾਂ ਦੀ ਜਿਹੜੀ ਹੈ ਬਾਣੀ ਗੁਰੂ ਸਾਹਿਬਾਨਾਂ ਦੀ ਭਗਤਾਂ ਦੀ ਬਾਣੀ ਆਪਣੇ ਵਿੱਚ ਸਮਾ ਕੇ ਬੈਠੇ ਹਨ, ਜਿਨ੍ਹਾਂ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ ਜੇ ਅਸੀਂ ਉਸ ਬਾਣੀ ਨੂੰ ਪੜ੍ਹੀਏ, ਆਪਣੇ ਜੀਵਨ ਚ ਕਰਵਾਈਏ। ਸੋ ਸਾਧ ਸੰਗਤ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਦੀ ਹਰ ਰੋਜ਼ ਇਸ ਗੁਰਮਤਿ ਕਲਾਸ ਦੇ ਅੰਦਰ ਜੁੜ ਕੇ ਲਾਹਾ ਪ੍ਰਾਪਤ ਕਰਦੇ ਹੋ। ਸੋ ਸਤਿਗੁਰਾਂ ਦਾ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਸਤਿਗੁਰਾਂ ਦੀ ਕਿੰਨੀ ਬਾਣੀ ਹੈ। ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬਾਰੇ, ਉਹਨਾਂ ਦੇ ਜੀਵਨ ਬਾਰੇ ਆਪਾਂ ਵਿਚਾਰ ਚਰਚਾ ਕੀਤੀ। ਉਪਰੰਤ ਕਾਲੇ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜੀ ਹੈ ਉਹ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੈ ਪਵਿੱਤਰ ਬਾਣੀ ਕਥਾ, ਬਾਣੀ ਦੇ ਜਹਾਜ਼ ਹੋਣ ਦਾ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ, ਸ਼ਹੀਦਾਂ ਦੇ ਮਾਣੀ ਸੰਤਾਂ ਨੂੰ ਪ੍ਰਾਪਤ ਹੈ, ਉਹਨਾਂ ਦੇ ਬਾਰੇ ਆਪਾਂ ਵਿਚਾਰ ਚਰਚਾ ਅੱਜ ਦੇ ਕਲਾਸ ਵਿੱਚ ਕਰਨੀ ਹੈ। ਸੋ ਆਓ ਆਪ ਸਭ ਸੰਗਤ ਚੁੱਕੇ ਹੋ ਸਾਹਮਣੇ ਪਾਈਏ ਕਿ ਚਰਚਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਜੀਵਨ ਬੜਾ ਮਹਾਨ ਤੇ ਭਗਤ ਹੈ, ਜਿਨ੍ਹਾਂ ਦੇ ਜੀਵਨ ਚ ਸਭ ਤੋਂ ਵੱਧ ਜੇ ਕਿਹਾ ਜਾਵੇ ਕਿ ਮੁਸ਼ਕਿਲਾਂ ਸਨ, ਤੇ ਉਹਨਾਂ ਮੁਸ਼ਕਿਲਾਂ ਵੱਲ ਧਿਆਨ ਨਾ ਦਿੰਦੇ ਹੋਏ ਸਤਿਗੁਰਾਂ ਨੇ ਇੰਨੇ ਵੱਡੇ ਘਰ ਜਿਹੜੇ ਮਨੁੱਖਤਾ ਵਾਸਤੇ ਕਰ ਦਿੱਤੇ। ਸਤਿਗੁਰਾਂ ਦੇ ਜਨਮ ਦੀ ਗੱਲ ਕਰੀਏ, ਗੋਇੰਦਵਾਲ ਸਤਿਗੁਰਾਂ ਦਾ ਜਨਮ ਹੁੰਦਾ ਹੈ। ਪਿਤਾ ਗੁਰੂ ਰਾਮਦਾਸ ਜੀ ਦੀ ਭਾਨੀ ਜੀ ਦੇ ਛੋਟੇ ਪੁੱਤਰ ਹਨ, ਬੜਾ ਪਿਆਰ ਕਰਦੇ ਹਨ ਨਾਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਜਿਹੜਾ ਜੋ ਹੈ ਉਹ ਇੱਕ ਗੋਇੰਦਵਾਲ ਦੀ ਧਰਤੀ ਤੇ ਬਤੀਤ ਹੈ। ਇੱਥੇ ਹੀ ਸਤਿਗੁਰਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ। ਇੱਥੇ ਹੀ ਸਤਿਗੁਰਾਂ ਨੇ ਆਪਣੇ ਨਾਨਾ ਅਮਰਦਾਸ ਜੀ ਕੋਲੋਂ ਜੋ ਅਧਿਆਤਮਿਕ ਵਿਦਿਆ ਹੈ ਉਹ ਹਾਸਲ ਕੀਤੀ ਹੈ। ਸਤਿਗੁਰਾਂ ਨੇ ਵਾਲੀ ਦਿੱਤਾ ਹੈ ਬਾਣੀ ਦੇ ਬੋਝੇ ਭਾਵ ਬੋਝ ਦਾ ਤੁਮ ਕਠਾਇਆ, ਕਿ ਤੁਸੀਂ ਬਾਣੀ ਦੇ ਜਹਾਜ਼ ਹੋ ਕੇ ਸਤਿਗੁਰਾਂ ਨੂੰ ਇੰਨੀਆਂ ਬਖਸ਼ਿਸ਼ਾਂ ਮਿਲੀਆਂ ਹਨ। ਅਰਜਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਾਂ ਗੁਰੂ ਰਾਮਦਾਸ ਜੀ ਦਾ ਆਇਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਗੁਰੂ ਪਿਤਾ ਜਾਣ ਕੇ ਉਹਨਾਂ ਦੀ ਵਡਿਆਈ ਕਰਦੇ ਆ, ਜੋ ਸਾਨੂੰ ਮਹਾਰਾਜ ਦੇ ਵਿੱਚ ਸਤਿਗੁਰਾਂ ਨੇ ਰਚਨਾ ਕੀਤੀ ਹੈ। ਇੱਕ ਪਰਿਣਾਮ ਤੇ ਤਾਂ ਕਲਯੁਗ ਦਾ ਹੱਥ ਮਿਲ ਗਿਆ ਤਾਂ ਭਗਵੰਤਾ ਮੁਕਰੈ ਨਾਮ ਦੇ ਆਵੇ ਇਹਨੇ ਆਵੇ ਪਿੰਡ ਦੇਖੇ ਗੁਰਦਰ ਪਾਲੀ ਜੀ ਗੁਰੂ ਕਹਿ ਕੇ ਸਤਿਗੁਰਾਂ ਨੇ ਕਿਹਾ ਹੈ ਗੁਰਦਰ ਵਾਲੀ ਜੀਓ ਕੋਲੀ ਜੀਓ ਹੁਕਮ ਪਾਈ ਤੇ ਅੱਛੇ ਗੁਰਦਰ ਪਾਲੀ ਜੀ। ਗੁਰੂ ਸ਼ਬਦ ਕਹਿ ਕੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਵਡਿਆਈ ਕੀਤੀ ਹੈ
ਤੇ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਕੀਤੀਆਂ। ਪਾਤਸ਼ਾਹ ਨੇ ਪ੍ਰੀਖਿਆ ਲਈ ਹੈ ਗੁਰਤਾ ਗੱਦੀ ਦੇ ਲਈ। ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਭੇਜੇ ਹੈ ਆਪਣੇ ਚਾਚਾ ਜੀ ਦੇ ਲੜਕੇ ਦੇ ਵਿਆਹ ਤੇ ਗੁਰੂ ਗਏ ਹਨ। ਵਾਲੇ ਚਿੱਠੀਆਂ ਲਿਖਦੇ ਹਨ। ਉੱਥੋਂ ਜਦੋਂ ਅਖੀਰਲੀ ਚਿੱਠੀ ਸੰਗਤਾਂ ਦੇ ਕੋਲ ਪਹੁੰਚਦੀ ਹੈ ਬੁਲਾਉਂਦੇ ਆ ਚਿੱਠੀਆਂ ਤੱਕੀਆਂ ਜਿਹੜਾ ਭੁੱਲ ਗਿਆ ਮਹਾਰਾਜ ਦੇ ਧਿਆਨ ਸ਼ਬਦ ਚਾਰ ਲਾਤੇ ਕਿ ਹੁਣ ਅਖੀਰਲਾ ਬੁਲਾਵਾ ਵਾਸ਼ਕਦ ਵਿੱਚ ਗੱਲ ਕਰੋ। ਫਿਰ ਸਤਿਗੁਰੂ ਜੀ ਬੁਲਾਵ ਦਾ ਸ਼ਬਦ ਦਾਨ ਕਰਦੇ। ਇਸ ਤਰ੍ਹਾਂ ਸਾਧ ਸੰਗਤ ਫਿਰ ਸਤਿਗੁਰਾਂ ਦੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਲਈ ਤਿੰਨਾਂ ਪੁੱਤਰਾਂ ਯੋਗ ਜਾਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਕਦੀ ਦੀ ਬਖਸ਼ਿਸ਼ ਹੁੰਦੀ ਹੈ। ਜਿਵੇਂ ਮੈਂ ਆਰੰਭ ਤੇ ਕਿਹਾ ਸੀ ਕਿ ਸਤਿਗੁਰਾਂ ਦਾ ਜੀਵਨ ਜਿਹੜਾ ਹੈ ਉਹ ਬਹੁਤ ਹੀ ਕਸ਼ਟਾਂ ਵਾਲਾ ਤੇ ਬਹੁਤ ਹੀ ਦੁੱਖਾਂ ਭਰਿਆ ਸੀ। ਭਾਵੇਂ ਕਿ ਸਰੀਰ ਕਰਕੇ ਦੁੱਖ ਨਾ ਦਿੱਤੇ ਬਹੁਤ ਪਏ, ਸਨਮਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਨਮਾਨ ਕਰਕੇ ਅਕਾਲ ਰਚਨਾ ਦੇ ਸਨ। ਤਾਂ ਹੀ ਇੰਨਾ ਵੱਡਾ ਕਾਰਜ ਸਤਿਗੁਰਾਂ ਨੇ ਜਿਹੜਾ ਸਫਲ ਕੀਤਾ ਹੈ। ਇੰਨਾ ਵੱਡਾ ਕਾਰਜ ਸਤਿਗੁਰਾਂ ਨੇ ਨੇਪਰੇ ਚਾੜ੍ਹਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਲੇਸ਼ ਹੈ ਘਰੇਲੂ ਕਲੇਸ਼ ਹੈ, ਘਰੇਲੂ ਲੜਾਈ ਜਿਹੜਾ ਹੈ ਵਾਹਿਗੁਰੂ ਵਾਹਿਗੁਰੂ ਆਵਾਜ਼ ਨਹੀਂ ਆ ਰਹੀ। ਹਾਂਜੀ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਘਰੇਲੂ ਲੜਾਈਆਂ ਸਨ, ਘਰੇਲੂ ਆਪਸ ਦੇ ਵਿੱਚ ਜਿਹੜਾ ਵੈਰ ਵਿਰੋਧ ਸੀ, ਉਹਨਾਂ ਦੇ ਜੀਵਨ ਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ 'ਤੇ ਸੀ। ਕਿਉਂਕਿ ਜਿੱਥੇ ਪ੍ਰਿਥੀ ਚੰਦ ਵਿਰੋਧ ਕਰ ਰਿਹਾ ਸੀ, ਉੱਥੇ ਨਾਲ ਹੀ ਉਹਦਾ ਪੁੱਤਰ ਮਿਹਰਬਾਨ ਵਾਧੂ ਗੁਰਬਾਣੀ ਲਿਖ ਕੇ ਆਪਣੇ ਵੱਲੋਂ ਤੇ ਉਹ ਸਿੱਖਾਂ ਦੇ ਵਿੱਚ ਪ੍ਰਚਲਿਤ ਕਰ ਰਿਹਾ ਸੀ। ਇੱਥੋਂ ਤੱਕ ਕਿ ਇਹਦੀ ਪਤਨੀ ਨੇ ਕਹਿ ਦਿੱਤਾ ਸੀ, ਪ੍ਰਿਥੀ ਚੰਦ ਜੀ ਨੇ, ਕਿ ਇਹ ਤੇ ਨਿਰਸੰਤਾਨ ਹਨ, ਇਹਨਾਂ ਦੇ ਘਰ ਤੇ ਕੋਈ ਸੰਤਾਨ ਨਹੀਂ ਹੈ। ਹੁਣ ਅਗਲੀ ਗੁਰਤਾ ਦੀ ਜਿਹੜੀ ਵਾਰੀ ਹੈ ਉਹ ਮੇਰੇ ਪੁੱਤਰ ਮਿਹਰਬਾਨ ਦੀ ਹੋਵੇਗੀ। ਇਸ ਤਰ੍ਹਾਂ ਦੀਆਂ ਗੱਲਾਂ ਵੀ ਬੜੇ ਵੱਡੇ ਪੱਧਰ 'ਤੇ ਫੈਲੀਆਂ। ਅਤੇ ਸਤਿਗੁਰਾਂ ਨੇ ਪਰ ਆਪਣੇ ਜੀਵਨ 'ਚ ਕਦੀ ਵੀ ਘਰੇਲੂ ਕਲੇਸ਼ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਆਪ ਵੀ ਸਤਿਗੁਰਾਂ ਨੇ ਜਾ ਕੇ ਇਹਦੀ ਲੜਾਈ ਕੀਤੀ ਹੋਵੇ। ਕਿਉਂਕਿ ਸਤਿਗੁਰਾਂ ਨੂੰ ਜਦੋਂ ਪੱਗ ਮਿਲੀ ਸੀ ਅਤੇ ਉਦੋਂ ਵੀ ਪੱਗ ਦਾ ਜਦੋਂ ਮਸਲਾ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਪੱਗ ਪੰਜਵੇਂ ਪਾਤਸ਼ਾਹ ਦੇ ਸਿਰ 'ਤੇ ਰੱਖੀ। ਸਤਿਗੁਰਾਂ ਦੇ ਜਦੋਂ ਦੇਹਾਂਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਉਸ ਸਮੇਂ ਫਿਰ ਇਹ ਪ੍ਰਿਥੀ ਚੰਦ ਪੱਗ ਖੋਹ ਕੇ ਵੀ ਲੈ ਗਿਆ ਸੀ। ਇਹਨੇ ਕਿਹਾ ਸੀ ਇਹ ਪੱਗ ਮੇਰੀ ਹੈ, ਮੈਂ ਵੱਡਾ ਪੁੱਤਰ ਹਾਂ। ਅਤੇ ਉਸ ਸਮੇਂ ਫਿਰ ਇਤਿਹਾਸ ਨੇ ਇਹ ਵੀ ਗੱਲ ਆਖੀ ਹੈ ਕਿ ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਦੀ ਪੱਗ ਅਰਜਨ ਲੱਦੀ। ਗੁਰਿਆਈ ਦੀ ਪੱਗ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੱਭੀ ਹੈ, ਉਹਨਾਂ ਨੇ ਘਾਲ ਕਮਾਈ ਕਰਕੇ ਪ੍ਰਾਪਤ ਕੀਤੀ ਹੈ। ਮਹਾਰਾਜ ਨੂੰ ਗੁਰਤਾ ਮਿਲਦੀ ਹੈ। ਸਤਿਗੁਰੂ ਜੀ ਇਸ ਕਾਰਜ ਵੱਲ ਹੁੰਦੇ ਆ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਾਲੇ ਪਾਸੇ ਹੁੰਦੇ ਆ। ਕਿਉਂਕਿ ਆਪ ਜੀ ਨੇ ਪਿਛਲੇ ਦਿਨਾਂ 'ਚ ਵੀ ਸਰਵਣ ਕੀਤਾ ਸੀ ਕਿ ਜਦੋਂ ਇਹ ਕੱਚੀ ਬਾਣੀ ਲਿਖ ਕੇ ਪ੍ਰਚਾਰ ਕਰ ਰਹੇ ਸਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਧਿਆਨ ਵਿੱਚ ਲਿਆਂਦੀ ਕਿ ਇਹ ਜੋ ਕੱਚੀ ਬਾਣੀ ਲਿਖ ਕੇ ਪ੍ਰਚਾਰ ਕਰ ਰਹੇ ਆ, ਇਹਦੇ ਨਾਲ ਬੜਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਵੇਗਾ। ਹੁਣ ਤਾਂ ਸਿੱਖ ਇਹ ਗੱਲ ਨੂੰ ਸਮਝਦੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਜਿਹੜੀ ਹੈ ਗੁਰਬਾਣੀ ਦਾ ਪਤਾ ਨਹੀਂ ਲੱਗਣਾ ਕਿ ਸੱਚੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਕਿਹੜੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਅਤੇ ਇਸ ਬਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਇਸ ਬਾਣੀ ਦਾ ਸੰਪਾਦਨ ਕੀਤਾ। ਇੱਕ ਜਿਲਦ ਦੇ ਵਿੱਚ ਸਾਰੀ ਬਾਣੀ ਬੰਨ੍ਹ ਦਿੱਤੀ ਹੈ। ਉਪਰੰਤ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਰੋਧਤਾ ਦੇ ਵਿੱਚ
ਪਹਿਲੋਂ ਪ੍ਰੀਤੀ ਚੰਦ ਵੀ ਵਿਰੋਧਤਾ ਕਰ ਰਿਹਾ, ਉਧਰ ਫਿਰ ਇਹ ਕਾਨਾ, ਛੱਜੂ, ਪੀਲੂ ਆਪਣੇ ਆਪ ਦੇ ਵਿੱਚ ਭਗਤ ਬਣਦੇ ਸਨ, ਇਹਨਾਂ ਨੇ ਵੀ ਬੜੀ ਵਿਰੋਧਤਾ ਕੀਤੀ ਹੈ। ਫਿਰ ਜਿਹੜੇ ਸ਼ੇਖ ਅਹਿਮਦ ਸਰਹੰਦੀ ਹੋਇਆ, ਇਹ ਬੜੇ ਕੱਟੜਵਾਦੀ ਮੁਸਲਮਾਨ ਸਨ, ਤੇ ਸਖੀ ਸਰਵਰੀਏ ਵੀ ਜਿਹੜੇ ਸਿੱਖ ਬਣ ਲੱਗ ਪਏ ਸਨ ਉਸ ਸਮੇਂ। ਜਿਵੇਂ ਆਪਾਂ ਵਾਰਾਂ ਦੇ ਵਿੱਚ ਗੱਲ ਕੀਤੀ ਹੈ ਕਿ ਮਹਾਰਾਜ ਨੇ ਕਿਹਾ ਕਿ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਕਿਹਾ, ਪੰਜਾਬੈ ਗੁਰੂ ਦੀ ਵਡਿਆਈ, ਪੰਜਾਬ 'ਚ ਗੁਰੂ ਸਾਹਿਬ ਦੀ ਇੰਨੀ ਵਡਿਆਈ ਹੈ ਕਿ ਸਖੀ ਸਰਵਰੀਏ ਵੀ ਆਣ ਕੇ ਸਿੱਖ ਬਣਨੇ ਸ਼ੁਰੂ ਹੋ ਗਏ। ਸੋ ਇਹਨਾਂ ਮੁਸਲਮਾਨਾਂ ਨੇ ਸੋਚਿਆ ਕਿ ਸਾਡੇ ਧਰਮ ਦੀ ਜਿਹੜੀ ਆ ਉਹ ਨਿੰਦਿਆ ਹੋ ਰਹੀ ਹੈ, ਸਾਡਾ ਧਰਮ ਘਟ ਰਿਹਾ ਹੈ, ਤੇ ਗੁਰੂ ਅਰਜਨ ਦਾ ਧਰਮ ਸਭ ਤੋਂ ਵੱਧ ਜਿਹੜਾ ਉਹ ਚੱਲ ਰਿਹਾ। ਫਿਰ ਜਹਾਂਗੀਰ ਤੱਕ ਸ਼ਿਕਾਇਤਾਂ ਕੀਤੀਆਂ, ਇੱਥੋਂ ਤੱਕ ਕਿ ਜਹਾਂਗੀਰ ਦੀ ਤੁਝਕੇ ਜਹਾਂਗੀਰੀ ਕਿਤਾਬ ਹੈ, ਗ੍ਰੰਥ ਮਿਲਦਾ ਹੈ ਤੁਝਕੇ ਜਹਾਂਗੀਰੀ, ਉਹਦੇ ਵਿੱਚ ਉਹਨੇ ਸਪਸ਼ਟ ਲਿਖਿਆ ਹੈ ਕਿ ਇੱਕ ਹਿੰਦੂ ਗੁਰੂ ਜਿਹੜਾ ਆ ਉਹ ਗੋਇੰਦਵਾਲ ਦੀ ਧਰਤੀ ਦੇ ਉੱਤੇ ਦਰਿਆ ਦੇ ਕਿਨਾਰੇ ਬੈਠਾ ਹੈ, ਤੇ ਉੱਥੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਜਿਹੜਾ ਆ ਆਪਣੇ ਪਿੱਛੇ ਲਾ ਕੇ ਉਹਨਾਂ ਦਾ ਧਰਮ ਤਬਦੀਲ ਕਰਾ ਰਿਹਾ ਹੈ। ਤੇ ਮੇਰਾ ਬੜੇ ਚਿਰ ਤੋਂ ਇਹ ਮਨ ਆ ਕਿ ਮੈਂ ਉਸ ਨੂੰ ਕਤਲ ਕਰਵਾ ਦੇਵਾਂ, ਮੈਂ ਉਹਨੂੰ ਖਤਮ ਕਰ ਦੇਵਾਂ। ਸੋ ਇਸ ਤਰ੍ਹਾਂ ਇਹ ਤੁਝਕੇ ਜਹਾਂਗੀਰੀ ਦੇ ਬੋਲ ਹਨ। ਤੇ ਸਤਿਗੁਰਾਂ ਦੇ ਉੱਤੇ ਬੜਾ ਐਸਾ ਸਮਾਂ ਬਣਿਆ ਹੈ, ਪਰ ਸਤਿਗੁਰਾਂ ਨੇ ਹਿੰਮਤ ਜਿਹੜੀ ਉਹ ਨਹੀਂ ਹਾਰੀ। ਮਹਾਰਾਜ ਨੇ ਆਪਣੀ ਗੱਲ ਤੇ ਸਪਸ਼ਟ ਰਹੇ ਆ ਕਿ ਜਿਹੜੀ ਗੱਲ ਕਹੀ ਗਈ ਹੈ ਕਿ ਇਸ ਗ੍ਰੰਥ ਦੀ ਸੰਪਾਦਨਾ ਹੋਵੇਗੀ, ਹੁਣ ਕੀਤੀ ਮਹਾਰਾਜ ਨੇ ਸੰਪਾਦਨਾ। ਇੱਥੋਂ ਤੱਕ ਕਿਹਾ ਗਿਆ ਜਦੋਂ ਗ੍ਰਿਫਤਾਰੀ ਹੋਈ ਕਿ ਇਸ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਜਿਹੜੀ ਹੈ ਉਹ ਦਰਜ ਕਰੋ, ਪਰ ਸਤਿਗੁਰਾਂ ਨੇ ਕਿਹਾ ਕਿ ਇਸ ਗ੍ਰੰਥ ਦੇ ਵਿੱਚ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੀ ਹੀ, ਉਸ ਪਰਮੇਸ਼ਰ ਦੀ ਹੀ ਉਸਤਤ ਜਿਹੜੀ ਉਹ ਲਿਖੀ ਜਾਵੇਗੀ। ਕਿਸੇ ਆਮ ਮਨੁੱਖ ਦੀ ਉਸਤਤ ਕਿਸੇ ਤਰ੍ਹਾਂ ਵੀ ਇਸ ਗ੍ਰੰਥ ਦੇ ਵਿੱਚ ਨਹੀਂ ਲਿਖੀ ਜਾ ਸਕਦੀ। ਮਹਾਰਾਜ ਨੇ ਨਹੀਂ ਲਿਖੀ। ਅਖੀਰ ਆਪ ਜੀ ਨੂੰ ਪਤਾ ਹੈ ਸਤਿਗੁਰਾਂ ਦਾ ਸ਼ਹਾਦਤ ਦਾ, ਕਿ ਕਿਵੇਂ ਮਹਾਰਾਜ ਨੂੰ ਲਾਹੌਰ ਸੱਦਿਆ ਗਿਆ, ਉੱਥੇ ਜਾ ਕੇ ਬੜੀਆਂ ਗੱਲਾਂ ਮਨਾਈਆਂ ਗਈਆਂ। ਚੰਦੂ ਨੂੰ ਵੀ ਇਸ ਗੱਲ ਦੇ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕੁਛ ਆਪਣੇ ਸਰੀਰ ਤੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰ ਲਈ। ਪਰ ਸਤਿਗੁਰਾਂ ਨੇ ਕਦੀ ਵੀ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਕਿ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਪੰਕਤੀ ਵੀ ਵੱਖਰੀ ਕਰ ਦਿੱਤੀ ਜਾਵੇ ਜਾਂ ਕੁਛ ਵੀ ਵਾਧੂ ਲਿਖ ਦਿੱਤਾ ਜਾਵੇ। ਇਹ ਸਤਿਗੁਰਾਂ ਦੀ ਵਡਿਆਈ ਹੈ। ਸ਼ਹੀਦਾਂ ਦੇ ਸਰਤਾਜ ਹੋਣ ਦਾ ਮਾਣ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਬਹੁਤ ਵੱਡੀ ਵਡਿਆਈ ਹੈ, ਤੇ ਸਭ ਤੋਂ ਵੱਧ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ, ਕਿਉਂਕਿ ਉਸ ਸਮੇਂ ਸਿੱਖੀ ਪੂਰੇ ਆਪਣੇ ਜੋਬਨ ਤੇ ਸੀ। ਬਹੁਤ ਲੋਕ ਸਿੱਖ ਧਰਮ ਦੇ ਵਿੱਚ ਆ ਰਹੇ ਸਨ, ਗੁਰੂ ਦੀ ਸਿੱਖੀ ਅਪਣਾ ਰਹੇ ਸਨ, ਕਿਉਂਕਿ ਰਸਤਾ ਬੜਾ ਸੌਖਾ ਸੀ। ਹਰ ਕੋਈ ਆਉਂਦਾ, ਸਤਿਗੁਰੂ ਉਹਨਾਂ ਨੂੰ ਉਪਦੇਸ਼ ਦਿੰਦੇ। ਜਿਵੇਂ ਆਪਾਂ ਸਿੱਖਾਂ ਦੀ ਭਗਤਮਾਲਾ 'ਚ ਗੱਲ ਕੀਤੀ ਹੈ, ਜਿਵੇਂ ਸਿੱਖ ਆਉਂਦੇ ਆ ਸਵਾਲ ਕਰਦੇ ਆ, ਮਹਾਰਾਜ ਉੱਤਰ ਦੇ ਕੇ ਉਹਨਾਂ ਨੂੰ ਕਿਰਤਾਰਥ ਕਰਦੇ ਆ, ਉਹਨਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ। ਸਤਿਗੁਰਾਂ ਕੋਲੋਂ ਇੰਨੀਆਂ ਵਡਿਆਈਆਂ ਲੈ ਕੇ ਸਿੱਖ ਜਾਂਦੇ ਆ ਕਿ ਆਪਣੇ ਜੀਵਨ ਦੇ ਵਿੱਚ ਗੱਲਾਂ ਕਮਾਉਂਦੇ ਆ, ਕਮਾ ਕੇ ਤੇ ਆਪਣੇ ਜੀਵਨ ਨੂੰ ਚੰਗਾ ਬਣਾਉਂਦੇ ਆ। ਸੋ ਇਹ ਸਤਿਗੁਰਾਂ ਦੀ ਜਿਹੜੀ ਹੈ ਇਹ ਵਡਿਆਈ ਹੈ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਉੱਤੇ ਆਪਾਂ ਥੋੜ੍ਹਾ ਜਿਹਾ ਧਿਆਨ ਦਈਏ, ਉਹਨੂੰ ਆਪਾਂ ਥੋੜ੍ਹਾ ਜਿਹਾ ਵਿਚਾਰਨ ਦਾ ਯਤਨ ਕਰੀਏ। ਹਾਂਜੀ, ਸਾਧ ਸੰਗਤ, ਸਤਿਗੁਰਾਂ ਦੀ ਬਾਣੀ ਦਾ ਵੇਰਾ ਆਪ ਜੀ ਦੀ ਸਕਰੀਨ ਉੱਪਰ ਆ ਗਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਸਭ ਤੋਂ ਪਹਿਲਾਂ ਹਨ ਜੋ ਸਿਰਲੇਖ ਹੇਠ ਬਾਣੀਆਂ ਹਨ। ਸਿਰਲੇਖ ਜਿਨ੍ਹਾਂ ਦੇ ਉੱਤੇ ਕੋਈ ਦਿੱਤਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਤੇ ਉਹਦੀਆਂ 5 ਪੌੜੀਆਂ ਹਨ। ਪਹਿਰੇ ਇੱਕ ਸ਼ਬਦ ਜਿਹੜੇ ਹੈ, ਪਹਿਰੇ 5 ਪੌੜੀਆਂ ਹਨ ਟੋਟਲ ਇਹਦੀਆਂ। ਫਿਰ ਉਸ ਤੋਂ ਬਾਅਦ 12 ਮਹਾਮਾਝ ਜੋ ਆਪਾਂ ਪੜ੍ਹਦੇ ਹਾਂ ਨਾ ਸੰਗਰਾਂਦ ਦੇ ਦਿਨ, 12 ਮਾਹ, ਇਹ ਉਹ 12 ਮਾਹ ਹੈ। ਮਾਝ ਰਾਗ ਦੇ ਵਿੱਚ 12 ਮਾਹ, 14 ਪੌੜੀਆਂ ਹਨ ਇਹਦੀਆਂ ਕੁੱਲ। ਫਿਰ ਉਸ ਤੋਂ ਨਾਲ ਹੀ ਮਾਝ ਰਾਗ ਦੇ ਵਿੱਚ ਦਿਨ ਰੈਣ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਬਾਣੀ, ਉਹਦੀਆਂ ਕੁੱਲ 4 ਪੌੜੀਆਂ ਹਨ। ਫਿਰ ਸਤਿਗੁਰਾਂ ਨੇ 52 ਅੱਖਰੀ ਉਚਾਰਨ ਕੀਤੀ ਹੈ। ਇਹਦੇ 52 ਅੱਖਰੀ ਦੇ ਗੌੜੀ ਰਾਗ ਦੇ ਵਿੱਚ ਹੈ 52 ਅੱਖਰੀ,
57 ਸ਼ਲੋਕ ਅਤੇ 55 ਪੌੜੀਆਂ ਹਨ। ਇਹ ਸੁਖਮਨੀ ਸਾਹਿਬ ਤੋਂ ਪਹਿਲਾਂ ਆਉਂਦੀ ਹੈ ਬਾਣੀ 52 ਅੱਖਰੀ। 57 ਸ਼ਲੋਕ ਤੇ 55 ਇਸ ਬਾਣੀ ਦੀਆਂ ਪੌੜੀਆਂ ਹਨ। ਫਿਰ ਸੁਖਮਨੀ ਸਾਹਿਬ ਦੀ ਬਾਣੀ ਹੈ 24 ਸ਼ਲੋਕ ਤੇ 24 ਹੀ ਅਸ਼ਟਪਦੀਆਂ ਹਨ, ਜਿਸ ਦੀ ਸੰਥਿਆ ਆਪਾਂ ਸ਼ਾਮ ਨੂੰ ਕਰ ਰਹੇ ਹਾਂ। ਫਿਰ ਆਸਾ ਰਾਗ ਦੇ ਵਿੱਚ ਬਿਰਹੜੇ ਸਰਲੇਖ ਹੇਠ ਬਾਣੀ ਦਰਜ ਹੈ, 3 ਸ਼ਬਦ ਤੇ ਪੌੜੀਆਂ 24 ਹਨ ਇਸ ਦੀਆਂ। ਤੇ ਰਾਗ ਸੂਹੀ ਗੁਣਵੰਤੀ ਸ਼ਬਦ ਹੈ, 1 ਸ਼ਬਦ ਗੁਣਵੰਤੀ, ਜਿਵੇਂ ਕੁਚੱਜੀ ਸੁਚੱਜੀ ਸਤਿਗੁਰਾਂ ਨੇ ਲਿਖਿਆ ਹੈ, ਉਸੇ ਤਰ੍ਹਾਂ ਮਹਾਰਾਜ ਨੇ ਅੱਗੇ ਗੁਣਵੰਤੀ ਸ਼ਬਦ ਦੇ ਹੇਠ ਸਰਲੇਖ ਹੇਠ 1 ਸ਼ਬਦ ਸੂਹੀ ਰਾਗ 'ਚ ਦਰਜ ਕੀਤਾ। ਫਿਰ ਰਾਗ ਮਾਰੂ ਦੇ ਵਿੱਚ ਅੰਜਲੀਆਂ ਹਨ, ਉਹ 18 ਪੌੜੀਆਂ ਹਨ ਉਹਦੀਆਂ। ਫਿਰ ਸੋਲਹੇ ਹਨ ਮਾਰੂ ਰਾਗ ਦੇ, 14 ਸ਼ਬਦ ਸੋਲਹੇ ਦੇ ਹਨ, ਤੇ ਉਹਦੇ ਨਾਲ ਹੀ ਇਹਨਾਂ ਦਾ ਕੁੱਲ ਜੋੜ ਜਿਹੜਾ ਹੈ 255 ਬਣਦਾ ਹੈ। ਅਗਲੀਆਂ ਬਾਣੀਆਂ ਵੀ ਸਰਲੇਖ ਵਾਲੀਆਂ ਹਨ, ਪਰ ਇਹ ਉਹ ਬਾਣੀਆਂ ਹਨ ਜਿਹੜੀਆਂ ਰਾਗਾਂ ਤੋਂ ਬਾਹਰ ਹਨ। ਆਪ ਜੀ ਨੇ ਧਿਆਨ ਦੇਣਾ, ਇਹ ਸਰਲੇਖ ਵਾਲੀਆਂ ਹੀ ਬਾਣੀਆਂ ਹਨ ਹੇਠਲੀਆਂ ਇਸ ਤੋਂ ਅੱਗੇ ਆਉਣ ਵਾਲੀਆਂ, ਪਰ ਇਹ ਰਾਗ ਤੋਂ ਬਾਹਰ ਹਨ, ਰਾਗ ਬੱਧ ਬਾਣੀਆਂ ਨਹੀਂ ਹਨ, ਇਸ ਕਰਕੇ ਵੱਖਰੀਆਂ ਲਿਖੀਆਂ ਹਨ। ਸ਼ਲੋਕ ਸਹਿਸਕ੍ਰਿਤੀ 67 ਸ਼ਲੋਕ ਹਨ। ਸਹਿਸਕ੍ਰਿਤੀ ਸ਼ਲੋਕ ਜਿੱਥੋਂ ਰਾਗ ਖਤਮ ਹੁੰਦੇ ਆ ਉੱਥੋਂ ਅੱਗੇ ਸਹਿਸਕ੍ਰਿਤੀ ਸ਼ਲੋਕ ਆਰੰਭ ਹੁੰਦੇ ਆ, ਉੱਥੇ 67 ਸ਼ਲੋਕ ਸਤਿਗੁਰਾਂ ਦੇ ਹਨ। ਫਿਰ ਗਾਥਾ ਹੈ 24 ਸ਼ਲੋਕ ਗਾਥਾ ਦੇ। ਫੁਨਹੇ ਬਾਣੀ ਹੈ 23 ਸ਼ਲੋਕ, ਫੁਨਹੇ ਬਾਣੀ ਦੇ 23 ਸ਼ਬਦ। ਚੌਬੋਲੇ ਦੇ ਵਿੱਚ 11 ਚੌਬੋਲੇ ਹਨ। ਸਵਈਏ ਹਨ ਮੁੱਖ ਵਾਕ, 2 ਜਗ੍ਹਾ ਦੇ ਉੱਤੇ ਸਵਈਏ, ਇੱਕ ਦੇ 9 ਸ਼ਬਦ ਹਨ, 9 ਸਵਈਏ ਹਨ ਇੱਕ, ਤੇ 1 ਸਵਈਏ 11 ਹਨ। ਇਹਨਾਂ ਦਾ ਕੁੱਲ ਜੋੜ 145 ਬਣਦਾ ਹੈ। ਸੋ ਇਹ ਸਰਲੇਖ ਵਾਲੀਆਂ ਬਾਣੀਆਂ ਸਨ ਜਿਨ੍ਹਾਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸਰਲੇਖ ਦਿੱਤਾ ਹੋਇਆ। ਹੁਣ ਜਿਨ੍ਹਾਂ ਦੇ ਸਰਲੇਖ ਨਹੀਂ ਆ, ਕਿਹੜਾ ਕਿਹੜਾ ਰਾਗ ਹੈ, ਕਿਹੜੇ ਕਿਹੜੇ ਸ਼ਬਦ ਤੇ ਅਸ਼ਟਪਦੀਆਂ ਸ਼ਬਦ ਹਨ, ਇੱਧਰ ਆ ਜਾਓ ਆਪ ਜੀ। ਸ੍ਰੀ ਰਾਗ ਹੈ 30 ਸ਼ਬਦ ਮਹਾਰਾਜ ਦੇ ਹਨ, 2 ਅਸ਼ਟਪਦੀਆਂ ਤੇ 2 ਹੀ ਸ਼ੰਤ ਹਨ ਗੁਰੂ ਅਰਜਨ ਦੇਵ ਜੀ ਦੇ। ਮਾਝ ਰਾਗ ਦੇ ਵਿੱਚ 43 ਸ਼ਬਦ, 5 ਅਸ਼ਟਪਦੀਆਂ ਹਨ, ਸ਼ੰਤ ਕੋਈ ਨਹੀਂ ਹੈ। ਗੌੜੀ ਰਾਗ ਦੇ ਵਿੱਚ 172 ਸ਼ਬਦ, ਅਸ਼ਟਪਦੀਆਂ 15, ਸ਼ੰਤ 4। ਆਸਾ 163 ਸ਼ਬਦ, 2 ਅਸ਼ਟਪਦੀਆਂ ਤੇ 14 ਸ਼ੰਤ। ਗੁਜਰੀ ਰਾਗ 32 ਸ਼ਬਦ, 2 ਅਸ਼ਟਪਦੀਆਂ ਤੇ ਸ਼ੰਤ ਕੋਈ ਨਹੀਂ ਹੈ। ਦੇਵ ਗੰਧਾਰੀ ਦੇ ਵਿੱਚ 38 ਸ਼ਬਦ, ਅਸ਼ਟਪਦੀ ਕੋਈ ਨਹੀਂ ਹੈ ਤੇ ਸ਼ੰਤ ਵੀ ਕੋਈ ਨਹੀਂ ਹੈ। ਫਿਰ ਉਸ ਤੋਂ ਬਾਅਦ ਬੇਹਾਗੜਾ ਦੇ ਵਿੱਚ 1 ਸ਼ਬਦ ਹੈ, ਅਸ਼ਟਪਦੀ ਕੋਈ ਨਹੀਂ ਹੈ ਤੇ 9 ਸ਼ੰਤ ਹਨ। ਵਡਹੰਸ ਦੇ ਵਿੱਚ 9 ਸ਼ਬਦ, ਵਡਹੰਸ 'ਚ 9 ਸ਼ਬਦ, ਅਸ਼ਟਪਦੀ ਕੋਈ ਨਹੀਂ, ਸ਼ੰਤ 3 ਹਨ। ਸੋਰਠ ਦੇ ਵਿੱਚ 94 ਸ਼ਬਦ, 3 ਅਸ਼ਟਪਦੀਆਂ, ਸ਼ੰਤ ਕੋਈ ਨਹੀਂ। ਧਨਾਸਰੀ 48, 58 ਸ਼ਬਦ, 1 ਅਸ਼ਟਪਦੀ ਤੇ 1 ਸ਼ੰਤ ਹੈ। ਜੈਸਰੀ ਦੇ ਵਿੱਚ 13 ਸ਼ਬਦ, ਅਸ਼ਟਪਦੀ ਕੋਈ ਨਹੀਂ, ਸ਼ੰਤ 3 ਹਨ। ਟੋਡੀ ਦੇ ਵਿੱਚ 30 ਸ਼ਬਦ ਸਤਿਗੁਰਾਂ ਦੇ ਹਨ, ਅਸ਼ਟਪਦੀ ਕੋਈ ਨਹੀਂ ਹੈ ਤੇ ਸ਼ੰਤ ਵੀ ਕੋਈ ਨਹੀਂ। ਫਿਰ ਬੈਰਾੜੀ ਰਾਗ ਦੇ ਵਿੱਚ 1 ਸ਼ਬਦ ਹੈ। ਤਿਲੰਗ ਦੇ ਵਿੱਚ 5 ਸ਼ਬਦ ਹਨ। ਸੂਹੀ ਦੇ ਵਿੱਚ 58 ਸ਼ਬਦ, 5 ਅਸ਼ਟਪਦੀਆਂ, 11 ਸ਼ੰਤ ਹਨ। ਬਿਲਾਵਲ 'ਚ 129 ਸ਼ਬਦ, 2 ਅਸ਼ਟਪਦੀਆਂ, 5 ਸ਼ੰਤ। ਗੋਂਡ ਦੇ ਵਿੱਚ 22 ਸ਼ਬਦ, 1 ਅਸ਼ਟਪਦੀ ਹੈ। ਰਾਮਕਲੀ ਦੇ ਵਿੱਚ 60 ਸ਼ਬਦ, 8 ਅਸ਼ਟਪਦੀਆਂ ਤੇ 6 ਸ਼ੰਤ ਹਨ। ਨਟ ਨਾਰਾਇਣ ਦੇ ਵਿੱਚ 10 ਸ਼ਬਦ, ਅਸ਼ਟਪਦੀ ਤੇ ਸ਼ੰਤ ਨਹੀਂ ਹੈ। ਮਾਲੀ ਗੌੜਾ 'ਚ ਵੀ 8 ਸ਼ਬਦ ਹਨ। ਮਾਰੂ ਦੇ ਵਿੱਚ 32 ਸ਼ਬਦ, 6 ਅਸ਼ਟਪਦੀਆਂ ਹਨ। ਤੁਖਾਰੀ ਦੇ ਵਿੱਚ ਸ਼ਬਦ ਅਸ਼ਟਪਦੀਆਂ ਨਹੀਂ ਹਨ, 1 ਸ਼ੰਤ ਹੈ ਮਹਾਰਾਜ ਦਾ। ਫਿਰ ਕੇਦਾਰਾ ਦੇ ਵਿੱਚ 15 ਸ਼ਬਦ, ਅਸ਼ਟਪਦੀ ਕੋਈ ਨਹੀਂ ਤੇ 1 ਸ਼ੰਤ ਹੈ। ਭੈਰੋ ਰਾਗ ਦੇ ਵਿੱਚ ਸਤਿਗੁਰਾਂ ਦੇ 57 ਸ਼ਬਦ ਹਨ, 3 ਅਸ਼ਟਪਦੀਆਂ ਹਨ ਤੇ ਸ਼ੰਤ ਕੋਈ ਨਹੀਂ ਹੈ। ਹਾਂਜੀ। ਫਿਰ ਬਸੰਤ ਰਾਗ ਦੇ ਵਿੱਚ 21 ਸ਼ਬਦ, 2 ਅਸ਼ਟਪਦੀਆਂ ਹਨ। ਸਾਰੰਗ 'ਚ
39 ਸ਼ਬਦ 2 ਅਸ਼ਟਪਦੀਆਂ। ਮਲਾਰ ਦੇ ਵਿੱਚ 30 ਸ਼ਬਦ, ਅਸ਼ਟਪਦੀ ਕੋਈ ਨਹੀਂ, ਇੱਕ ਸ਼ੰਤ ਹੈ। ਕਾਨੜਾ ਰਾਗ ਦੇ ਵਿੱਚ 50 ਸ਼ਬਦ ਹਨ ਤੇ ਇੱਕ ਸ਼ੰਤ ਹੈ। ਕਲਿਆਣ ਦੇ ਵਿੱਚ 10 ਸ਼ਬਦ ਹਨ ਤੇ ਸ਼ੰਤ ਅਸ਼ਟਪਦੀ ਕੋਈ ਨਹੀਂ। ਪ੍ਰਭਾਤੀ 'ਚ 15 ਸ਼ਬਦ, 3 ਅਸ਼ਟਪਦੀਆਂ ਹਨ। ਸੋ ਸ਼ਬਦਾਂ ਦੀ ਕੁੱਲ ਗਿਣਤੀ ਬਣਦੀ ਹੈ 1345 ਤੇ ਅਸ਼ਟਪਦੀਆਂ ਦੀ ਕੁੱਲ ਗਿਣਤੀ ਬਣਦੀ ਹੈ 62 ਤੇ 62 ਹੀ ਸ਼ੰਤਾਂ ਦੀ ਗਿਣਤੀ ਬਣਦੀ ਹੈ। ਇਸ ਤੋਂ ਬਾਅਦ ਅੱਗੇ ਆ ਜਾਓ, ਜੋ ਵਾਰਾਂ ਦੇ ਵਿੱਚ ਸਤਿਗੁਰਾਂ ਦੀਆਂ ਪੌੜੀਆਂ ਤੇ ਸ਼ਲੋਕ ਹਨ। ਸ੍ਰੀ ਰਾਗ ਦੀ ਵਾਰ ਦੇ ਵਿੱਚ ਸਤਿਗੁਰਾਂ ਦਾ ਇੱਕ ਸ਼ਲੋਕ ਹੈ। ਗੌੜੀ ਦੀ ਵਾਰ ਜੋ ਮਹੱਲੇ ਚੌਥੇ ਦੀ ਹੈ, ਚੌਥੇ ਪਾਤਸ਼ਾਹ ਜੀ ਦੀ, ਉਹਦੇ ਵਿੱਚ ਸਤਿਗੁਰਾਂ ਨੇ ਆਪਣੀਆਂ 5 ਪੌੜੀਆਂ ਲਿਖੀਆਂ ਹਨ ਤੇ ਨਾਲ ਸ਼ਲੋਕ ਸਤਿਗੁਰਾਂ ਨੇ 8 ਲਿਖੇ ਹਨ। ਗੌੜੀ ਦੀ ਵਾਰ ਮਹੱਲਾ ਪੰਜਵਾਂ ਆਪਣੀ ਸਤਿਗੁਰਾਂ ਦੀ ਜਿਹੜੀ ਵਾਰ ਹੈ ਗੌੜੀ ਰਾਗ ਦੇ ਵਿੱਚ 21 ਉਹਦੇ ਵਿੱਚ ਪੌੜੀਆਂ ਹਨ ਤੇ 42 ਸਤਿਗੁਰਾਂ ਦੇ ਸ਼ਲੋਕ ਹਨ। ਗੌੜੀ ਗੂਜਰੀ ਦੀ ਵਾਰ 21 ਮਹਾਰਾਜ ਦੀਆਂ ਪੌੜੀਆਂ ਤੇ 42 ਸ਼ਲੋਕ ਇਹਦੇ ਵਿੱਚ ਹਨ। ਬਿਹਾਗੜੇ ਦੀ ਵਾਰ ਦੇ ਵਿੱਚ 2 ਸ਼ਲੋਕ ਸਤਿਗੁਰਾਂ ਦੇ ਹਨ। ਜੈਸਰੀ ਦੀ ਵਾਰ 20 ਸ਼ਲੋਕ ਤੇ 40 ਪੌੜੀਆਂ ਹਨ। ਰਾਮਕਲੀ ਦੀ ਵਾਰ ਦੇ ਵਿੱਚ 22 ਪੌੜੀਆਂ ਤੇ 44 ਮਹਾਰਾਜ ਦੇ ਸ਼ਲੋਕ ਹਨ। ਮਾਰੂ ਦੀ ਵਾਰ ਜਿਹੜੀ ਪਹਿਲੀ ਹੈ ਮਹੱਲੇ ਤੀਜੇ ਦੀ, ਉਹਦੇ ਵਿੱਚ 2 ਸਤਿਗੁਰਾਂ ਦੇ ਸ਼ਲੋਕ ਹਨ। ਫਿਰ ਸਤਿਗੁਰਾਂ ਦੀ ਮਾਰੂ ਡੱਕਣੇ ਦੀ ਆਪਣੀ ਇੱਕ ਵਾਰ ਹੈ। ਇਹਦੀਆਂ ਕੁੱਲ 23 ਪੌੜੀਆਂ ਹਨ ਤੇ ਇਹਦੇ 69 ਜਿਹੜੇ ਹਨ ਉਹ ਸ਼ਲੋਕ ਹਨ। ਤੇ ਇਹ ਜਿਹੜਾ 5 ਪਾਇਆ ਹੈ ਇਹ ਅਨੁਪਾਤ 5 ਜਿਹੜਾ ਇਹ ਗਲਤੀ ਦੇ ਨਾਲ ਭੁਲੇਖੇ ਨਾਲ ਸ਼ਾਇਦ ਪੈ ਗਿਆ ਹੈ। 23 ਪੌੜੀਆਂ ਬਣਦੀਆਂ ਟੋਟਲ ਮਾਰੂ ਦੀ ਵਾਰ ਦੀਆਂ। ਬਸੰਤ ਦੀ ਵਾਰ ਜਿਹੜੀ ਹੈ ਉਹ 3 ਉਹਦੇ ਵਿੱਚ ਪੌੜੀਆਂ ਹਨ ਮਹਾਰਾਜ ਦੀਆਂ, ਇਹਦੇ ਨਾਲ ਸ਼ਲੋਕ ਕੋਈ ਨਹੀਂ ਹੈ ਬਸੰਤ ਦੀ ਵਾਰ ਦੇ ਨਾਲ। ਸਾਰੰਗ ਦੀ ਵਾਰ ਦੇ ਵਿੱਚ 1 ਸਤਿਗੁਰਾਂ ਦੀ ਪੌੜੀ ਤੇ 3 ਮਹਾਰਾਜ ਦੇ ਸ਼ਲੋਕ ਹਨ। ਮਲਾਰ ਦੀ ਵਾਰ 1 ਪੌੜੀ ਤੇ 2 ਸ਼ਲੋਕ ਹਨ। ਵਾਰਾਂ ਦੇ ਵਧੀਕ ਦੇ ਵਿੱਚ ਕੁੱਲ 22 ਸ਼ਲੋਕ ਹਨ, ਇਹਦੇ 'ਚ ਪੌੜੀ ਕੋਈ ਨਹੀਂ। ਇਸ ਕਰਕੇ ਇਹ ਜਿਹੜੀਆਂ ਪੌੜੀਆਂ ਦੀ ਗਿਣਤੀ ਹੈ ਇਹਦੀ ਟੋਟਲ ਗਿਣਤੀ 117 ਬਣਦੀ ਹੈ ਤੇ ਇਹ ਜਿਹੜਾ ਸ਼ਲੋਕਾਂ ਦਾ ਕੁੱਲ ਜੋੜ ਜਿਹੜਾ ਹੈ 277 ਬਣਦਾ ਹੈ। ਸੋ ਇਹ ਸਤਿਗੁਰਾਂ ਦੀ ਬਾਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ। ਤੇ ਫਿਰ ਅੱਗੇ ਆ ਜਾਓ, ਜੋ ਭਗਤ ਕਬੀਰ ਜੀ ਦੇ ਸ਼ਲੋਕ ਹਨ ਉਹਨਾਂ ਦੇ ਵਿੱਚ ਸ਼ਲੋਕ ਨੰਬਰ 209 ਇਹ ਵੀ ਗੁਰੂ ਅਰਜਨ ਦੇਵ ਜੀ ਦਾ ਹੈ। 210 ਨੰਬਰ ਸ਼ਲੋਕ ਵੀ ਗੁਰੂ ਅਰਜਨ ਦੇਵ ਜੀ ਦਾ ਹੈ। 211, 214, 221 ਤੇ 5 ਜਿਹੜੇ ਸ਼ਲੋਕ ਆ ਗੁਰੂ ਅਰਜਨ ਦੇਵ ਜੀ ਦੇ ਹਨ। ਕੁੱਲ 1, 2, 3, 4 ਤੇ 5, 209, 210, 211, 214 ਤੇ 221 ਨੰਬਰ ਸ਼ਲੋਕ, ਇਹ 5 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਫਿਰ ਸ਼ਲੋਕ ਫਰੀਦ ਜੀ ਦੇ ਜੋ ਦਰਜ ਕੀਤੇ ਹਨ ਮਹਾਰਾਜ ਨੇ, ਉਹਨਾਂ ਦੇ ਵਿੱਚ ਸ਼ਲੋਕ ਨੰਬਰ 75, 82, 83, 105, 108, 109, 110 ਤੇ 111 ਨੰਬਰ ਜਿਹੜੇ ਸ਼ਲੋਕ ਹਨ, ਇਹ ਕੁੱਲ 8 ਸ਼ਲੋਕ ਬਣਦੇ ਆ। ਇਹ ਗੁਰੂ ਅਰਜਨ ਦੇਵ ਜੀ ਦੇ ਹਨ। ਭਗਤ ਬਾਣੀ ਦੇ ਵਿੱਚ ਭਾਵ ਜਿਹੜੇ ਸ਼ਲੋਕ ਫਰੀਦ ਜੀ ਦੇ ਹਨ ਤੇ ਇਹਨਾਂ ਦੀ ਕੁੱਲ ਗਿਣਤੀ ਬਣਦੀ ਆ 8 ਤੇ 15 13 ਸ਼ਲੋਕ ਹਨ ਤੇ ਕੁੱਲ ਸ਼ਲੋਕਾਂ ਦਾ ਜੋੜ ਬਣਦਾ ਹੈ 290। ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਦੀਆਂ 21 ਪੌੜੀਆਂ, ਇਹ ਇੱਕ ਬਾਣੀ ਹੈ ਪੈ ਪਾਏ ਮਨਾਈ ਸੋਏ ਜੀਓ, 21 ਪੌੜੀਆਂ ਹਨ। ਇਹਦੇ ਅਧੀਨ ਸਿਰਲੇਖ ਵੀ ਕੋਈ ਨਹੀਂ, ਇਹਦੇ ਉੱਪਰ ਸਿਰਫ ਪੌੜੀਆਂ ਹੀ ਚੱਲਦੀਆਂ ਹਨ, ਇਸ ਕਰਕੇ ਵੱਖਰਾ ਦਿੱਤਾ ਹੈ। ਇਹ 21 ਪੌੜੀਆਂ ਹਨ। ਉਹਦੇ ਵਿੱਚ 100 ਦਰ ਦੇ 2 ਸ਼ਬਦ ਸਤਿਗੁਰਾਂ ਦੇ ਹਨ। 2 ਸ਼ਬਦ ਸਤਿਗੁਰਾਂ ਦੇ 100 ਦਰ ਦੇ ਵਿੱਚ ਹਨ। ਵਾਹਿਗੁਰੂ 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 ਪਰ ਲਿਖਿਆ ਨਾ ਕਰੋ, ਮੈਨੂੰ ਯਾਦ ਨਹੀਂ ਰਿਹਾ ਸੀ, ਉਦੋਂ ਮੈਂ ਸੈਟਿੰਗ ਕਰ ਦਿੰਦਾ। ਮੈਨੂੰ ਗੁਰਪ੍ਰਤਾਪ ਸਿੰਘ ਹੁਣਾਂ ਨੇ ਸੈਟਿੰਗ ਦੱਸੀ ਸੀ, ਪਰ ਆਪ ਜੀ ਵੀ ਥੋੜ੍ਹਾ ਜਿਹਾ ਧਿਆਨ ਦਿਆ ਕਰੋ, ਬੇਨਤੀ ਆ। ਹਾਂਜੀ,
सतगुरां दे जो पै पाए मनाई सोए जियो 21 पौड़ियां। फिर 100 ਦਰ ਦੇ 2 ਸ਼ਬਦ ਸਤਿਗੁਰਾਂ ਦੇ ਹਨ। 100 ਦਰ ਸਰਲੇਖ ਹੇਠ ਆਰੰਭ 'ਚ ਬਾਣੀ ਹੈ। ਸੋਇਲੇ ਦੇ ਵਿੱਚ ਇੱਕ ਸ਼ਬਦ ਹੈ ਅਖੀਰਲਾ। ਫਿਰ ਮੁੰਦਾਵਣੀ ਤੇਰਾ ਕੀਤਾ ਜਾਤੋ ਨਾਹੀ ਇੱਕ ਸ਼ਬਦ, ਮੁੰਦਾਵਣੀ ਤੇ ਤੇਰਾ ਕੀਤਾ ਜਾਤੋ ਨਾਹੀ। ਫਿਰ ਰਾਗ ਮਾਲਾ ਇੱਕ। ਫਿਰ ਸ੍ਰੀ ਰਾਗ ਦੇ ਵਿੱਚ 5 ਦੱਖਣੀ ਸ਼ਲੋਕ ਹਨ ਮਹਾਰਾਜ ਜੀ, ਤੇ 5 ਸ਼ੰਤ ਇਸ ਸ਼ਬਦ ਦਾ ਇੱਕ ਸ਼ਬਦ ਦੇ ਵਿੱਚ ਹੈ। 5 ਦੱਖਣੀ ਸ਼ਲੋਕ ਤੇ 5 ਸ਼ੰਤ, ਤੇ ਕੁੱਲ ਸਤਿਗੁਰਾਂ ਦੀ ਸਾਰੀ ਬਾਣੀ ਦੀ ਗਿਣਤੀ ਜਿਹੜੀ ਹੈ ਉਹ 2312 ਸ਼ਬਦ ਬਣਦੀ ਹੈ। ਸਾਰੇ ਸ਼ੰਤ, ਸਾਰੇ ਅਸ਼ਟਪਦੀਆਂ, ਸਾਰਾ ਕੁਝ ਮਿਲਾ ਕੇ ਕੁੱਲ ਗਿਣਤੀ ਜਿਹੜੀ ਹੈ ਸਤਿਗੁਰਾਂ ਦੀ ਬਾਣੀ ਦੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ 2312 ਸ਼ਬਦ ਬਣਦੀ ਹੈ। ਸੋ ਇਸ ਤਰ੍ਹਾਂ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਅੱਗੇ ਆਪਾਂ ਗੱਲ ਕਰੀਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਵਿਚਾਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸੁਪੁੱਤਰ ਹਨ, ਬੜੇ ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਸਤਿਗੁਰਾਂ ਦਾ ਨਾਮ ਤੇਗ ਬਹਾਦਰ ਰੱਖਣ ਦੇ ਪਿੱਛੇ ਵੀ ਜਿਹੜਾ ਹੈ 2 ਤਰ੍ਹਾਂ ਦਾ ਇਤਿਹਾਸ ਮਿਲਦਾ ਕਿ ਇਹਨਾਂ ਨੇ ਜਿਹੜੀ ਜੰਗ ਹੋਈ ਸੀ ਵਾਹਿਗੁਰੂ ਵਾਹਿਗੁਰੂ ਅੰਮ੍ਰਿਤਸਰ ਦੀ ਜੰਗ, ਇਹਦੇ ਵਿੱਚ ਤਲਵਾਰ ਦਾ ਬੜਾ ਜੌਹਰ ਵਿਖਾਇਆ ਸੀ, ਜਿਹਦਾ ਕਰਕੇ ਤੇਗ ਬਹਾਦਰ ਨਾਮ ਪਿਆ। ਕੁਝ ਇਤਿਹਾਸਕਾਰ ਇਹ ਗੱਲ ਮੰਨਦੇ ਆ ਕਿ ਜਦੋਂ ਪਾਤਸ਼ਾਹ ਨੂੰ ਪਤਾ ਲੱਗਾ ਹੈ ਕਿ ਘਰੇ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ ਤੇ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਹਨ, ਸਮਾਪਤੀ ਹੋਈ ਹੈ, ਫਿਰ ਅਕਾਲ ਤਖਤ ਸਾਹਿਬ ਤੇ ਜੋ ਵੀ ਸਿੱਖ ਮਸਲੇ ਲੈ ਕੇ ਆਏ ਆ ਉਹਨਾਂ ਦਾ ਸਤਿਗੁਰੂ ਜੀ ਨਿਪਟਾਰਾ ਕਰ ਰਹੇ ਆ। ਇੰਨੇ ਚਿਰ ਨੂੰ ਗੋਲੀ ਨੇ ਆਣ ਕੇ ਦੱਸਿਆ ਕਿ ਮਹਾਰਾਜ ਤੁਹਾਡੇ ਘਰੇ ਸਾਹਿਬਜ਼ਾਦੇ ਦਾ ਪੁੱਤਰ ਦਾ ਜਨਮ ਹੋਇਆ ਹੈ। ਮਹਾਰਾਜ ਕਹਿੰਦੇ ਇੱਥੇ ਲੈ ਕੇ ਆਓ। ਲੈ ਕੇ ਆਂਦਾ, ਸਤਿਗੁਰਾਂ ਨੇ ਗੋਦ ਦੇ ਵਿੱਚ ਚੁੱਕਿਆ ਗੁਰੂ ਤੇਗ ਬਹਾਦਰ ਜੀ ਨੂੰ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਿ ਇਹਨਾਂ ਦਾ ਨਾਮ ਕੀ ਰੱਖਿਆ ਜਾਵੇਗਾ, ਤੇ ਉਸ ਸਮੇਂ ਕਹਿੰਦੇ ਆ ਗੁਰੂ ਤੇਗ ਬਹਾਦਰ ਜੀ ਨੇ, ਜੋ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਪਹਿਨੀ ਹੋਈ ਸੀ, ਉਹਨੂੰ ਬੜੇ ਘੁੱਟ ਕੇ ਉਸ ਮੁੱਠੇ ਨੂੰ ਫੜਿਆ ਹੋਇਆ ਸੀ ਕਿਰਪਾਨ ਦੇ ਨੂੰ, ਜਿਹਦਾ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਜਿਹੜਾ ਸੀ ਉਹ ਸਤਿਗੁਰਾਂ ਨੇ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੇ ਕਿ ਇਹਨਾਂ ਤੇ ਆਪਣਾ ਨਾਮ ਆਪ ਪ੍ਰਗਟ ਕੀਤਾ ਹੈ, ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ। ਇਸ ਤਰ੍ਹਾਂ ਸਤਿਗੁਰਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ। ਬੜੇ ਉਦਾਰ ਚਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿੰਦੇ ਹਨ। ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਹਰਰਾਏ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਹੈ। ਮਾਤਾ ਜੀ ਪੁੱਛਦੇ ਹਨ ਕਿ ਹੁਣ ਸਾਡਾ ਕੀ ਬਣੋ, ਅਸੀਂ ਦੋਵੇਂ ਜਿਹੜੇ ਆ ਮਾਂ ਪੁੱਤਰ, ਸਾਡੇ ਬਾਰੇ ਕੀ ਹੁਕਮ ਹੈ। ਅਸੀਂ ਤੇ ਸੋਚਿਆ ਸੀ ਕਿ ਸਾਡੇ ਪੁੱਤਰ ਨੂੰ ਗੁਰਤਾ ਗੱਦੀ ਬਖਸ਼ੋਗੇ, ਤੇ ਮਹਾਰਾਜ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਸਮਾਂ ਆਏਗਾ ਇਹ ਗੁਰਤਾ ਤੇਰੇ ਪੁੱਤਰ ਨੂੰ ਹੀ ਮਿਲੇਗੀ, ਫਿਕਰ ਨਾ ਕਰੋ। ਤੁਸੀਂ ਇੰਝ ਕਰੋ, ਤੁਸੀਂ ਬਾਬੇ ਬਕਾਲਾ ਵਿਖੇ ਜਾ ਕੇ ਉੱਥੇ ਟਿਕੋ, ਸਮਾਂ ਆਏਗਾ ਗੁਰਤਾ ਗੱਦੀ ਤੁਹਾਡੇ ਪੁੱਤਰ ਨੂੰ ਹੀ ਮਿਲੇਗੀ। ਸਤਿਗੁਰੂ ਬਾਬੇ ਬਕਾਲੇ ਸਾਹਿਬ ਵਿਖੇ ਟਿਕਦੇ ਆ। ਉਪਰੰਤ ਗੁਰੂ ਹਰਕ੍ਰਿਸ਼ਨ ਜੀ ਦਾ ਸਮਾਂ ਆਉਂਦਾ ਹੈ, ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੁੰਦੀ ਹੈ। ਦਿੱਲੀ ਤੋਂ ਸਤਿਗੁਰੂ ਜੀ ਨਾਰੀਅਲ ਤੇ 5 ਪੈਸੇ ਘੁਮਾ ਕੇ ਸਿੱਖਾਂ ਨੂੰ ਬਚਨ ਕਰਦੇ ਆ ਕਿ ਬਾਬਾ ਵਸੇ ਗ੍ਰਾਮ ਬਕਾਲੇ। ਤੇ ਸਤਿਗੁਰੂ ਜੀ ਬਾਬੇ ਬਕਾਲੇ ਵਿਖੇ ਫਿਰ ਆਪ ਜੀ ਨੂੰ ਪਤਾ ਹੈ 22 ਮੰਜੀਆਂ ਡੱਠ ਗਈਆਂ, ਹਰ ਕੋਈ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਫਿਰ ਮੱਖਣ ਸ਼ਾਹ ਲੁਬਾਣਾ ਜੀ ਇਸ ਬਾਬੇ ਬਕਾਲੇ ਦੀ ਧਰਤੀ ਤੇ ਆਉਂਦੇ ਆ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰਦੇ ਹਨ। ਜਦੋਂ ਮੋਹਰਾਂ ਦੀ ਗੱਲ ਚੱਲਦੀ ਹੈ ਤੇ ਸਤਿਗੁਰਾਂ ਨੂੰ ਪ੍ਰਗਟ ਕਰਦੇ ਹਨ ਭਾਈ ਮੱਖਣ ਸ਼ਾਹ ਲੁਬਾਣਾ ਜੀ। ਫਿਰ ਸਤਿਗੁਰੂ ਪ੍ਰਗਟ ਹੋ ਕਰਕੇ ਅਸਾਮ ਤੱਕ ਦੀ ਯਾਤਰਾ ਕਰਦੇ ਆ, ਕਿਉਂਕਿ ਉਸ ਸਮੇਂ ਔਰੰਗਜ਼ੇਬ ਦਾ ਸਮਾਂ ਸੀ ਤੇ ਹਾਲਾਤ ਸਤਿਗੁਰਾਂ ਨੂੰ ਪਤਾ ਸਨ ਕਿ ਕੀ ਹੋਣ ਵਾਲੇ ਆ ਤੇ ਕੀ ਚੱਲ ਰਹੇ ਹਨ। ਇਸ ਕਰਕੇ ਮਹਾਰਾਜ ਜਿੱਥੇ ਵੀ ਜਾਂਦੇ ਹਰ ਜਗ੍ਹਾ ਦੇ ਉੱਤੇ ਹਿੰਦੁਸਤਾਨ ਦੇ ਲੋਕਾਂ ਨੂੰ ਖਬਰਦਾਰ ਕਰਦੇ ਕਿ ਭਾਈ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਚੰਗੇ ਬਣੋ, ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਹੈ, ਤੁਹਾਡੇ ਜੀਵਨ ਨੂੰ, ਤੁਹਾਡੇ ਧਰਮ ਨੂੰ ਬੜਾ ਖਤਰਾ ਵੱਡਾ ਬਣਨ ਵਾਲਾ ਹੈ, ਇਸ ਕਰਕੇ ਤਿਆਰ ਰਹੋ। ਜਿਹੜੇ ਮੰਨ ਜਾਂਦੇ ਉਹਨਾਂ ਦੇ ਉੱਤੇ ਵਿਸ਼ੇਸ਼ ਕਿਰਪਾ ਹੁੰਦੀ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਫਿਰ ਬਾਅਦ ਵਿੱਚ ਭੋਗਣਾ ਪਿਆ ਸੀ। ਫਿਰ ਸਤਿਗੁਰੂ ਅਸਾਮ ਤੱਕ ਪਟਨਾ ਸਾਹਿਬ ਸਤਿਗੁਰੂ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੇ ਹਨ। ਇੱਥੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਆਪ ਸਤਿਗੁਰੂ ਅਸਾਮ ਵਿੱਚ ਹਨ, ਅਸਾਮ 'ਚ ਜਾ ਕੇ ਪ੍ਰਚਾਰ ਕਰਦੇ ਹਨ ਸਿੱਖੀ ਦਾ। ਵੱਡੇ ਪੱਧਰ 'ਤੇ ਉੱਥੋਂ ਦਾ ਰਾਜਾ ਵੀ ਜਿਹੜਾ ਸਿੱਖ ਬਣਦਾ ਹੈ, ਵੱਡੇ ਪੱਧਰ 'ਤੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਫਿਰ ਵਾਪਸੀ 'ਤੇ ਆਉਂਦਿਆਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਲ ਲੈ ਕੇ
ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ, ਜਿਹਨੂੰ ਪਹਿਲੋਂ ਹੀ ਸਤਿਗੁਰੂ ਵਸਾ ਚੁੱਕੇ ਨੇ, ਜਿਹਦਾ ਨਾਮ ਪਹਿਲੋਂ ਚੱਕ ਨਾਨਕੀ ਰੱਖਿਆ ਹੋਇਆ। ਇੱਥੇ ਵਸਾ ਕੇ ਬਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਲਿਆਂਦੇ ਹਨ ਪਾਤਸ਼ਾਹ। ਇੱਥੇ ਲਿਆ ਕੇ ਫਿਰ ਮਹਾਰਾਜ ਸਿੱਖਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਵਿਚਾਰਾਂ ਕਰਦੇ ਹਨ। ਭਾਈ ਸਮਾਂ ਬੜਾ ਭਿਆਨਕ ਆਉਣ ਵਾਲਾ ਹੈ, ਤਿਆਰ ਬਰ ਤਿਆਰ ਰਹਿਣਾ। ਸਿੱਖਾਂ ਦੇ ਵਿੱਚ ਸ਼ਸਤਰ ਵਿਦਿਆ, ਘੋੜ ਸਵਾਰੀ ਤੇ ਹੋਰ ਵਿਦਿਆਵਾਂ ਪੜ੍ਹਨ ਦਾ ਜਿਹੜਾ ਕਾਰਜ ਗੁਰੂ ਤੇਗ ਬਹਾਦਰ ਜੀ ਨੇ ਹੀ ਆਰੰਭ ਕਰ ਦਿੱਤਾ ਸੀ। ਫਿਰ ਕਸ਼ਮੀਰੀ ਪੰਡਤ ਚੱਲ ਕੇ ਆਉਂਦੇ ਆ, ਜਿਵੇਂ ਆਪ ਜੀ ਨੂੰ ਇਤਿਹਾਸ ਪਤਾ ਹੈ ਕਿ ਜਦੋਂ ਔਰੰਗਜ਼ੇਬ ਨੇ ਜਨੇਊ ਲਾ ਕੇ ਤੇ ਇਹਨਾਂ ਨੂੰ ਖੁਆਰ ਕੀਤਾ ਤੇ ਇਹ ਆਰੰਭ ਕੀਤਾ ਹੈ ਕਸ਼ਮੀਰ ਦੇ ਪੰਡਤਾਂ ਤੋਂ। ਕਸ਼ਮੀਰ ਦੇ ਪੰਡਤ ਰੋਂਦੇ ਹੋਏ ਸਤਿਗੁਰਾਂ ਦੇ ਕੋਲ ਆਉਂਦੇ ਆ ਤੇ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਬਖਸ਼ ਦੇਵਾਂਗੇ, ਹੁਣ ਕਿਸੇ ਵੱਡੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਮਹਾਰਾਜ ਤੁਹਾਡੇ ਤੋਂ ਵੱਡਾ ਜਿਹੜਾ ਹੈ ਉਹ ਕੌਣ ਹੋ ਸਕਦਾ। ਤੇ ਮਹਾਰਾਜ ਕਹਿੰਦੇ ਚਲੋ ਠੀਕ ਹੈ, ਅਸੀਂ ਕੁਰਬਾਨੀ ਦੇਣ ਲਈ ਤਿਆਰ ਹਾਂ, ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਸਾਡਾ ਗੁਰੂ ਜਨੇਊ ਜਿਹੜਾ ਹੈ ਉਹ ਪਹਿਨ ਲਵੇ, ਵਾਹਿਗੁਰੂ ਜੇ ਸਾਡਾ ਗੁਰੂ ਮੁਸਲਮਾਨ ਧਰਮ ਅਪਣਾ ਲਵੇ ਤੇ ਅਸੀਂ ਵੀ ਮੁਸਲਮਾਨ ਹੋ ਜਾਵਾਂਗੇ। ਮਹਾਰਾਜ ਨੂੰ ਪਤਾ ਸੀ ਹਾਲਾਤਾਂ ਦਾ। ਸਤਿਗੁਰੂ ਆਪ ਚੱਲ ਕੇ ਆਗਰੇ ਜਾਂਦੇ ਆ, ਸਿੱਖਾਂ ਨੂੰ ਦਰਸ਼ਨ ਦੇਂਦੇ ਜਾਂਦੇ ਆ। ਆਗਰੇ ਜਾ ਕੇ ਗ੍ਰਿਫਤਾਰੀ ਹੁੰਦੀ ਹੈ, ਦਿੱਲੀ ਲਿਆਂਦਾ ਜਾਂਦਾ। ਦਿੱਲੀ ਲਿਆ ਕੇ ਸਤਿਗੁਰਾਂ ਨੂੰ ਫਿਰ ਇੱਕ ਪਿੰਜਰੇ 'ਚ ਕੈਦ ਕਰਕੇ ਤੇ ਫਿਰ 3 ਸਿੱਖ ਸਤਿਗੁਰਾਂ ਦੇ ਨਾਲ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੂੰ ਜਿਹੜਾ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਚਾਂਦਨੀ ਚੌਂਕ ਦੇ ਵਿੱਚ। ਸਤਿਗੁਰਾਂ ਨੂੰ ਫਿਰ ਉਸ ਪਿੰਜਰੇ ਦੇ ਵਿੱਚ ਸਤਿਗੁਰੂ ਜੀ ਬਾਣੀ ਸਿਮਰਨ ਕਰਦੇ ਰਹਿੰਦੇ ਆ। ਫਿਰ ਐਸੇ ਹਾਲਾਤ ਬਣੇ ਆ ਕਿ ਸਤਿਗੁਰਾਂ ਨੇ ਉੱਤੋਂ ਹੀ ਗੁਰਤਾ ਗੱਦੀ ਦਾ ਜਿਹੜਾ ਤਿਲਕ ਉਹ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਜਿਆ ਹੈ। ਤੇ ਨਾਲ ਹੀ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਹੈ ਕਿ ਸਿੱਖੋ ਹੁਣ ਅਗਵਾਈ ਪੰਥ ਦੀ ਜਿਹੜੀ ਹੈ, ਧਰਮ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਨਗੇ। ਸਤਿਗੁਰਾਂ ਨੂੰ ਗੁਰਤਾ ਪ੍ਰਾਪਤ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਨੂੰ। ਆਪ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਇਹਨਾਂ ਦਾ ਸੀਸ ਜਿਹੜਾ ਹੈ ਧੜ ਨਾਲ ਵੱਖ ਕਰਕੇ ਸ਼ਹੀਦ ਕਰ ਦਿੱਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ, ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕੱਲੂ ਮੈਂ ਸਾਖਾ। ਬੜਾ ਵੱਡਾ ਸਾਕਾ ਸਤਿਗੁਰੂ ਜੀ ਇਸ ਧਰਤੀ ਤੇ ਵਰਤਾਉਂਦੇ ਆ, ਦਿੱਲੀ ਦੀ ਧਰਤੀ ਤੇ। ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ। ਉਪਰੰਤ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਗੁਰੂ ਅਰਜਨ ਦੇਵ ਜੀ ਤੱਕ ਤੇ 5 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਸੀ, ਪਰ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ, ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਤੇ ਇਸ ਬਾਣੀ ਨੂੰ ਸੰਪੂਰਨ ਕੀਤਾ ਹੈ। ਜਿਸ ਰਾਗ ਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ, ਉੱਥੇ ਉੱਥੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਵਾਈ ਹੈ। ਦਰਜ ਕਰਕੇ ਤੇ ਫਿਰ ਅਖੀਰਲਾ ਇੱਕ ਰਾਗ ਹੈ ਜੈਜਾਵੰਤੀ, ਉਹ ਸਤਿਗੁਰਾਂ ਨੇ 31ਵਾਂ ਰਾਗ ਜਿਹੜਾ ਹੈ ਉਚਾਰਨ ਕੀਤਾ ਹੈ। ਉਹਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਤੇ ਉੱਥੇ ਉਹ 31ਵਾਂ ਰਾਗ ਸਤਿਗੁਰਾਂ ਨੇ ਦਰਜ ਕੀਤਾ ਹੈ। ਫਿਰ ਵਾਰਾਂ ਤੇ ਵਧੀਕ ਦੇ ਵਿੱਚ ਅਖੀਰਲੇ ਜਿਹੜੇ 9ਵੇਂ ਮਹੱਲੇ ਦੇ ਸ਼ਲੋਕ ਹਨ ਜੋ ਅਸੀਂ ਭੋਗ ਵੇਲੇ ਪੜ੍ਹਦੇ ਹਾਂ, ਉਹ 9ਵੇਂ ਮਹੱਲੇ ਦੇ ਸ਼ਲੋਕ ਅਖੀਰ ਤੇ ਦਰਜ ਕਰਕੇ ਸਤਿਗੁਰਾਂ ਨੇ ਸਮਾਪਤੀ ਕੀਤੀ ਹੈ। ਸੋ ਕਿਵੇਂ ਸਤਿਗੁਰਾਂ ਦੀ ਕਿੰਨੀ ਬਾਣੀ ਹੈ, ਆਓ ਆਪਾਂ ਵਿਚਾਰ ਕੇ ਫਿਰ ਸਮਾਪਤੀ ਵੱਲ ਨੂੰ ਵਧੀਏ। ਹਾਂਜੀ ਵਾਹਿਗੁਰੂ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਵੇਰਵਾ ਕੀ ਹੈ। ਗੌੜੀ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 9 ਸ਼ਬਦ ਹਨ। ਆਸਾ ਰਾਗ ਦੇ ਵਿੱਚ 1 ਸ਼ਬਦ ਹੈ। ਦੇਵ ਗੰਧਾਰੀ ਦੇ ਵਿੱਚ 3 ਸ਼ਬਦ ਹਨ। ਬਿਹਾਗੜਾ ਰਾਗ ਦੇ ਵਿੱਚ 1 ਸ਼ਬਦ ਹੈ। ਸੋਰਠ ਰਾਗ ਦੇ ਵਿੱਚ 12 ਸ਼ਬਦ ਹਨ। ਧਨਾਸਰੀ ਰਾਗ ਦੇ ਵਿੱਚ 4 ਸ਼ਬਦ ਸਤਿਗੁਰਾਂ ਦੇ ਹਨ। ਜੈਸਰੀ ਰਾਗ ਦੇ ਵਿੱਚ 3 ਸ਼ਬਦ ਹਨ। ਟੋਡੀ ਰਾਗ ਦੇ ਵਿੱਚ 1 ਸ਼ਬਦ ਹੈ। ਤਿਲੰਗ ਰਾਗ ਦੇ ਵਿੱਚ 3 ਸ਼ਬਦ ਹਨ। ਬਿਲਾਵਲ ਰਾਗ ਦੇ ਵਿੱਚ 3 ਸ਼ਬਦ, ਰਾਮਕਲੀ ਰਾਗ 'ਚ 3 ਸ਼ਬਦ, ਮਾਰੂ ਰਾਗ 'ਚ 3 ਸ਼ਬਦ, ਬਸੰਤ ਰਾਗ 'ਚ 5 ਸ਼ਬਦ, ਸਾਰੰਗ ਰਾਗ 'ਚ 5 ਸ਼ਬਦ ਤੇ ਜੈਜਾਵੰਤੀ ਰਾਗ ਦੇ ਵਿੱਚ 4 ਸ਼ਬਦ ਹਨ। ਸਾਰੰਗ 'ਚ ਵੀ 4, ਜੈਜਾਵੰਤੀ 'ਚ ਵੀ 4, ਕੁੱਲ ਰਾਗ 15 ਬਣਦੇ ਆ ਤੇ ਜੋੜ ਬਣਦਾ ਹੈ 49। ਜੈਜਾਵੰਤੀ ਰਾਗ ਜਿਹੜਾ ਇਹ ਸਤਿਗੁਰਾਂ ਦਾ ਆਪਣਾ ਰਾਗ ਹੈ। ਗੁਰੂ ਤੇਗ ਬਹਾਦਰ ਜੀ ਦੀ ਹੀ ਸਿਰਫ ਬਾਣੀ ਹੈ ਜੋ ਅਖੀਰ ਦੇ ਉੱਤੇ 31ਵਾਂ ਰਾਗ ਹੈ, ਇਹਨੂੰ 31ਵਾਂ ਰਾਗ ਕਿਹਾ ਜਾਂਦਾ। 15 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। 9ਵੇਂ ਮਹੱਲੇ ਦੇ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ, ਇਹ ਕੁੱਲ
57 ਸਲੋਕ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਭੋਗ ਦੇ ਸਲੋਕ ਕਰਕੇ ਪ੍ਰਸਿੱਧ ਹਨ, ਜਿਨ੍ਹਾਂ ਨੂੰ ਭੋਗ ਦੇ ਸਲੋਕ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕੁੱਲ ਜੋੜ ਜਿਹੜਾ ਹੈ ਉਹ ਬਣਦਾ ਹੈ 116। ਪਰ 115 ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਜੀ, ਡਾਕਟਰ ਸਰਬਜਿੰਦਰ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਧੁਰਕੀ ਬਾਣੀ ਸੰਪਾਦਨ ਯੁਕਤ ਅੰਦਰ ਦਿੱਤੇ ਹਨ। ਇਸ ਕਰਕੇ ਜੋ ਇੱਕ ਸਲੋਕ ਵਧਿਆ ਹੈ ਗਿਣਤੀ ਵਿੱਚ, ਉਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਵਿਦਵਾਨ ਸੰਪਰਦਾਇ ਮੰਨਦੇ ਹਨ। ਪਰ ਤਿਲਵਾੜਾ ਜੀ ਨੇ ਬਾਣੀ ਬਿਉਰਾ ਗੁਰੂ ਤੇਗ ਬਹਾਦਰ ਜੀ ਦੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਬਾਣੀਕਾਰ ਪੁਸਤਕ ਵਿੱਚ 116 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਲਿਖੇ ਹਨ। ਸੋ ਇੱਥੇ ਇਹ ਗੱਲ ਥੋੜੀ ਜਿਹੀ ਵਿਚਾਰਨਯੋਗ ਆ। ਇੱਕ ਸ਼ਬਦ ਆਉਂਦਾ ਦੋਹਰਾ, ਬਲ ਹੋਆ ਬੰਧਨ ਪਰੇ ਕਛੂ ਨਾ ਹੋਤ ਪਾਏ, ਕਹੋ ਨਾਨਕ ਆਬ ਓਟ ਹਰ ਗੱਜ ਜਿਉ ਹੋ ਸਹਾਏ। ਇਹ ਜਿਹੜਾ ਦੋਹਰਾ ਨਾ, ਫਿਰ ਸਤਿਗੁਰਾਂ ਨੇ ਕਿਹਾ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਪਾਏ, ਕਹੋ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਏ। ਇਹ ਜਿਹੜਾ ਦੋਹਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਕਿਤੇ ਵੀ ਦੋਹਰਾ ਕਰਕੇ ਸਰਲੇਖ ਨਹੀਂ ਆਇਆ, ਪਰ ਇੱਥੇ ਦੋਹਰਾ ਕਰਕੇ ਸਰਲੇਖ ਆਇਆ। ਤੇ ਕੁਝ ਪੁਰਾਣੀਆਂ ਬੀੜਾਂ ਦੇ ਵਿੱਚ ਦੋਹਰਾ ਮਹੱਲਾ 10ਵਾਂ ਵੀ ਲਿਖਿਆ ਆਉਂਦਾ। ਆਪ ਜੀ ਦੀ ਗਿਆਤ ਵਾਸਤੇ ਅਰਜ਼ ਕਰ ਦੇਵਾਂ, ਦੋਹਰਾ ਮਹੱਲਾ 10ਵਾਂ ਕਰਕੇ ਵੀ ਲਿਖਿਆ ਹੁੰਦਾ ਹੈ। ਪਰ ਜ਼ਿਆਦਾਤਰ ਜਿਹੜੇ ਵਿਦਵਾਨ ਆ ਉਹ ਇਸ ਗੱਲ ਦੇ ਨਾਲ ਜਿਹੜੇ ਆ ਉਹ ਵਿਚਾਰ ਮਿਲਾਉਂਦੇ ਆ ਕਿ ਇਹ ਵੀ ਜਿਹੜਾ ਦੋਹਰਾ ਹੈ ਇਸ ਗੁਰੂ ਤੇਗ ਬਹਾਦਰ ਜੀ ਦਾ। ਤੇ ਸੰਪਰਦਾਇ ਵਿਦਵਾਨ ਕਿਉਂ ਇਸ ਗੱਲ ਕਰਦੇ ਆ, ਕਿਉਂ ਇਸ ਗੱਲ ਨੂੰ ਮੰਨਦੇ ਆ ਕਿ ਇਹ 10ਵੇਂ ਪਾਤਸ਼ਾਹ ਦਾ? ਕਹਿੰਦੇ ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਦੇਣੀ ਸੀ ਨਾ, ਤੇ ਹਰ ਗੁਰੂ ਸਾਹਿਬ ਦੀ ਇੱਕ ਪ੍ਰੀਖਿਆ ਹੁੰਦੀ ਸੀ ਕਿ ਉਹ ਪ੍ਰੀਖਿਆ ਦੇ ਵਿੱਚ ਕਿੰਨਾ ਕੁ ਖਰਾ ਉਤਰਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਲੈਣ ਵਾਸਤੇ ਮਹਾਰਾਜ ਨੇ ਦਿੱਲੀ ਤੋਂ ਇਹ ਦੋਹਰਾ ਲੈ ਕੇ ਭੇਜਿਆ ਸੀ, ਬਲ ਹੋਆ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਆਬੋਟ ਹਰ ਗੱਜ ਜਿਉ ਹੋ ਸਹਾਏ। ਇਹ ਸਤਿਗੁਰਾਂ ਨੇ ਸਵਾਲ ਲਿਖ ਕੇ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਤੱਕ, ਤੇ ਸਤਿਗੁਰਾਂ ਨੇ ਅੱਗੇ ਜਵਾਬ ਭੇਜਿਆ ਸੀ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੋ ਪਾਏ, ਕਹੋ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਇਹ ਸਤਿਗੁਰਾਂ ਨੇ ਕਹਿੰਦੇ ਕਿ ਇਹ ਉੱਤਰ ਰੂਪ ਦੇ ਵਿੱਚ ਲਿਖ ਕੇ ਭੇਜਿਆ ਸੀ। ਇਸ ਕਰਕੇ ਕੁਝ ਵਿਦਵਾਨ ਇਸ ਨੂੰ ਜਿਹੜਾ 115 ਮੰਨਦੇ ਆ ਸ਼ਬਦਾਂ ਦੀ ਗਿਣਤੀ, ਕੁਝ 116 ਮੰਨਦੇ ਆ, ਪਰ ਜ਼ਿਆਦਾਤਰ ਵਿਦਵਾਨ 116 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਮੰਨਦੇ ਆ। ਇਹਦੇ ਨਾਲ ਜ਼ਿਆਦਾ ਸਹਿਮਤੀ ਹੈ। ਸੋ ਇਹ ਸਤਿਗੁਰਾਂ ਦਾ ਜਿਹੜਾ ਹੈ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਮਾਂ ਵਧੇਰੇ ਹੋ ਚੁੱਕਾ ਹੈ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ। ਉਪਰੰਤ ਆਪਾਂ ਸਮਾਪਤੀ ਵੱਲ ਵਧੀਏ। ਵਾਹਿਗੁਰੂ। ਹਾਂਜੀ, ਵਾਹਿਗੁਰੂ 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 ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਹਰ ਰੋਜ਼ ਇਸ ਕਲਾਸ ਦੇ ਵਿੱਚ ਜੁੜਦੇ ਹੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।